लेकिन देखण 'ਚ ਇਹ ਆ ਰਿਹਾ प्रैक्टिकली स्कूल चलाकी नाल हुण इस ऑर्डर तो बचण की कोशिश कर रहे हैं, पर स्कूल भी हुण किते ना किते अपने खेड 'ਚ आप फस गए। हाईकोर्ट गए तो असीं ट्यूशन फीस तो भी होर वधवा के पूरी फीस लैण लई, उत्थे जाके हाईकोर्ट ने ऑर्डर करता 70% का। कई स्कूलों ने तो हाईकोर्ट का ऑर्डर आने तो बाद अपनी फीस वधा दी और फिर 70% शो करके वो बराबर गल ले आए। कई स्कूल हजे भी 100% फीस मंगी जाते हैं। हुण अपने आप 'ਚ एक नवी लड़ाई है। अज असीं इहो ਜਿਹੇ स्कूलों लीगल नोटिस भेजने आ तो उन्होंने कोर्ट में असीं घड़ीसांगे। एक एक्ट बनया सी, शायद तुहानूं भी याद होना कि 2016 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਮਤਾ ਪਾਇਆ ਗਿਆ ਸੀ ਜੋ ਵਿਧਾਨ ਸਭਾ ਵਿੱਚ ਪਾਸ ਵੀ ਹੋ ਜਾਂਦਾ ਹੈ। ਇੱਕ ਤਾਂ ਐਕਟ ਵਿੱਚ ਲਿਖਿਆ ਕੀ ਹੋਇਆ 8% ਦੀ ਵੀ ਜੇ ਆਪਾਂ ਗੱਲ ਕਰੀਏ ਉਹ ਪੂਰਾ ਐਕਟ ਹੈ कि किसी भी सियासी पार्टी ने इससे कोई सवाल नहीं चुकया। विधान सभा से बिना किसी बहस बिना किसी सवाल जवाब तो ये मता भी पास हो गया। ਜੇ ਫੀਸ ਨਹੀਂ ਦਿੰਦੇ ਕੀ ਸਕੂਲ ਦੇ ਵਿੱਚ ਬੱਚਿਆਂ ਦਾ ਨਾਮ ਕੱਟ ਸਕਦੇ ਨੇ ਸਕੂਲ ਵਾਲੇ ਕਿਸੇ ਵੀ? राइट टू एजुकेशन एक्ट कहता है किसी भी हालात में ना तो किसी का बच्चे का नाम कटिया जा सकता है, ना किसी बच्चे को फेल किया जा सकता है क्लास में, ना अगली क्लास से प्रमोट करने तो रोकया जा सकता है, क्योंकि स्कूल बिजनेस नहीं है। कानून के मुताबिक हिंदुस्तान से सिक्ख्या का व्यापार नहीं किया जा सकता। सिक्ख्या एक समाज सेवा है। स्कूलों को 50-50 100 करोड़ दी FD सरप्लस पैसे पे है। हर दूजे तीजे साल किन्ने स्कूल नवी ब्रांचा खोल लेंगे हैं, पर फिर भी रोना हुण एक महीने च रोन लग गए भी साढ़े कोल तनख्वाह देने के पैसे नहीं है। घड़ियाली असुर हो रहे हैं। ਪੰਜਾਬ ਦੇ ਵਿੱਚ ਸਕੂਲ ਫੀਸਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਮਾਂ-ਬਾਪ ਦੀ ਚਿੰਤਾ ਲਗਾਤਾਰ ਵਧਦੀ ਜਾ ਰਹੀ ਹੈ, ਕਿਉਂਕਿ ਕੋਰਟ ਨੇ ਕਹਿ ਦਿੱਤਾ ਹਾਈ ਕੋਰਟ ਨੇ ਕਿ 70% ਜਿਹੜੀ ਫੀਸਾਂ ਹੈਗੀਆਂ ਨੇ ਉਹ ਮਾਂ-ਪਿਓ ਨੂੰ ਦੇਣੀਆਂ ਪੈਣੀਆਂ ਨੇ। ਤੁਹਾਨੂੰ ਅਸੀਂ ਪਹਿਲਾਂ ਵੀ ਇੱਕ ਇੰਟਰਵਿਊ ਦਿਖਾਇਆ ਸੀ ਜੋ ਕਿ ਸਕੂਲ ਦੀ ਵੱਲੋਂ ਸ਼ੀਸ਼ ਚੋਪੜਾ ਸੀ, ਜਿਨ੍ਹਾਂ ਨੇ ਇੰਟਰਵਿਊ ਵਿੱਚ ਸਾਫ਼ ਗੱਲ ਕਹੀ ਸੀ ਕਿ 70% ਜਿਹੜੀ ਫੀਸਾਂ ਨੇ ਉਹ ਦੇਣੀਆਂ ਪੈਣੀਆਂ ਨੇ। ਹੁਣ ਅਸੀਂ ਅੱਜ ਇਹ ਗੱਲਬਾਤ ਕਰਾਂਗੇ ਨਿਤਿਨ ਗੋਇਲ ਨਾਲ, ਜੋ ਕਿ ਮਾਂ-ਬਾਪ ਵਾਲੇ ਪਾਸੋਂ ਕੋਰਟ ਦੇ ਵਿੱਚ ਹੁਣ ਜਾਣਗੇ ਤਾਂ ਕੋਰਟ ਨੂੰ ਇਹ ਉੱਥੇ ਅਪੀਲ ਕਰਨਗੇ ਕਿ ਜਿਹੜੀ 70% ਫੀਸਾਂ ਹੈਗੀਆਂ ਨੇ ਉਹ ਮਾਂ-ਬਾਪ ਕੋਲ ਨਾ ਲਈਆਂ ਜਾਣ। ਤੁਹਾਨੂੰ ਅਸੀਂ ਥੋੜ੍ਹਾ ਇਹ ਵੀ ਯਾਦ ਲਾ ਦਈਏ ਕਿ 2016 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਐਕਟ ਬਣਾਇਆ ਸੀ, ਵਿਧਾਨ ਸਭਾ ਵਿੱਚ ਪਾਸ ਹੋਇਆ ਸੀ ਕਿ ਕੋਈ ਵੀ ਪ੍ਰਾਈਵੇਟ ਸਕੂਲ ਜਿਹੜਾ ਹੈਗਾ ਉਹ 8% ਫੀਸ ਜਿਹੜੀ ਹੈ ਹਰੇਕ ਸਾਲ ਦੇ ਵਿੱਚ ਵਾਧਾ ਕਰ ਸਕਦਾ ਹੈ। ਇਹ ਸ਼੍ਰੋਮਣੀ ਅਕਾਲੀ ਦਲ ਨੇ ਐਕਟ ਬਣਾਇਆ ਸੀ। ਉਸ ਤੋਂ ਬਾਅਦ ਇਸ ਵਿੱਚ 2019 ਦੇ ਵਿੱਚ ਜਾ ਕੇ ਵੀ ਬਣਦਾ। ਸਾਰੀ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ 2019 ਵਿੱਚ ਕਿਹੜਾ ਐਕਟ ਬਣਦਾ, ਉਸ ਤੋਂ ਬਾਅਦ ਵੀ ਤੁਹਾਨੂੰ ਅਸੀਂ ਜਾਣਕਾਰੀ ਦਾਂਗੇ। ਸਾਡੇ ਨਿਤਿਨ ਗੋਇਲ ਹੈਗੇ ਨੇ, ਆਪਾਂ ਇਹਨਾਂ ਨਾਲ ਇਹ ਵੀ ਜਾਣਾਂਗੇ ਕਿ 70% ਫੀਸਾਂ ਹੁਣ ਇਹ ਦੇਣਗੇ ਪ੍ਰਾਈਵੇਟ ਸਕੂਲ ਨੂੰ, ਕਿਉਂਕਿ ਪ੍ਰਾਈਵੇਟ ਸਕੂਲ ਦੇ ਹੱਕ ਵਿੱਚ ਤਾਂ ਫੈਸਲਾ ਚਲਾ ਗਿਆ, ਪਰ ਮਾਂ-ਬਾਪ ਜਿਨ੍ਹਾਂ ਦੇ ਕੰਮ ਨਹੀਂ ਚੱਲਦੇ ਸੀ, ਜਿਨ੍ਹਾਂ ਦੇ ਕਾਰੋਬਾਰ ਠੱਪ ਪਏ ਸੀ, ਉਹ ਫੀਸਾਂ ਕਿੱਦਾਂ ਦੇਣਗੇ? ਕਿ ਹੱਲੇ ਵੀ ਜਦੋਂ ਆਨਲਾਈਨ ਫੀਸ ਆਪਾਂ ਪੇ ਕਰਦੇ ਹਾਂ ਕਿ ਹੱਲੇ ਵੀ ਉੱਥੇ ਜਾ ਕੇ 100% ਫੀਸ ਦੀ ਜਿਹੜੀ ਹੈਗੀ ਆ ਉਹ ਪੇ ਕਰਨੀ ਪੈ ਰਹੀ ਹੈ। ਕਿਤੇ ਆਪਸ਼ਨ ਹੱਲੇ ਵੀ ਦਿਖਾਈ ਨਹੀਂ ਦੇ ਰਹੀ ਕਈ ਪ੍ਰਾਈਵੇਟ ਸਕੂਲਾਂ ਦੇ ਆਨਲਾਈਨ ਸਰਵਰ ਤੇ ਜਾ ਕੇ। ਸਾਡਾ ਨਿਤਿਨ ਗੋਇਲ ਨੇ ਪਹਿਲਾ ਸਵਾਲ ਇਹੀ ਰੱਖਾਂਗੇ ਕਿ ਇਹ ਫੈਸਲਾ ਜੋ ਕੋਰਟ ਨੇ ਲਿਆ ਉਹ ਕਿਹੜੀਆਂ ਦਲੀਲਾਂ ਦੇ ਉੱਤੇ ਫੈਸਲਾ ਦਿੱਤਾ ਹੈ। ਨਿਤਿਨ ਜੀ, ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਜਿਹੜਾ ਫੈਸਲਾ ਆਇਆ 70% ਫੀਸਾਂ ਦਾ, ਕਿਹੜੀ ਦਲੀਲਾਂ ਦੇ ਉੱਤੇ ਇਹ ਜਿਹੜਾ ਫੈਸਲਾ ਦਿੱਤਾ ਗਿਆ ਕੋਰਟ ਵੱਲੋਂ? ਦਲੀਲ ਤਾਂ ਇੱਥੇ ਹੋ ਨਹੀਂ ਸਕੀ ਹਜੇ ਕੋਈ ਵੀ, ਕਿਉਂਕਿ ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਜੋ ਸਕੂਲਾਂ ਦੀ ਐਸੋਸੀਏਸ਼ਨ ਹੈ ਉਹਨਾਂ ਨੇ ਹਾਈ ਕੋਰਟ ਵਿੱਚ ਯਾਚਕਾ ਲਾਈ ਸੀ ਕਿ ਪੰਜਾਬ ਸਰਕਾਰ ਦਾ ਜੋ ਹੁਕਮ ਹੈ ਸਿਰਫ ਟਿਊਸ਼ਨ ਫੀਸ ਲੈਣ ਦਾ, ਉਹਨਾਂ ਦਾ ਮੁਤਾਬਿਕ ਉਹ ਗਲਤ ਸੀਗਾ। ਸਕੂਲਾਂ ਦਾ ਕਹਿਣਾ ਸੀ ਅਸੀਂ ਪੂਰੀ ਫੀਸਾਂ ਲੈਣ ਦੇ ਹੱਕਦਾਰ ਹਾਂ ਕਿਉਂਕਿ ਅਸੀਂ ਪੂਰੀ ਤਨਖਾਹਾਂ ਦੇ ਰਹੇ ਹਾਂ। ਇਸ ਲਈ ਪੰਜਾਬ ਸਰਕਾਰ ਦੇ ਖਿਲਾਫ ਇਹ ਯਾਚਕਾ ਉਹਨਾਂ ਨੇ ਪਾਈ ਸੀ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਦਿੱਤਾ ਹੈ 12 ਜੂਨ ਨੂੰ ਆਪਣਾ ਜਵਾਬ ਦੇਣ ਲਈ। ਇਸ ਲਈ ਉਸ ਵੇਲੇ ਬਹਿਸ ਕਰਨ ਵਾਲਾ, ਦਲੀਲ ਦੇਣ ਵਾਲਾ, ਆਪਣਾ ਪੱਖ ਰੱਖਣ ਵਾਲਾ ਉਸ ਵੇਲੇ ਕੋਈ ਨਹੀਂ ਸੀਗਾ। ਸਕੂਲਾਂ ਦੀ ਦਲੀਲ ਸੁਣ ਕੇ ਹਾਈ ਕੋਰਟ ਨੇ ਆਪਣੇ ਵੱਲੋਂ ਇੱਕ ਅੰਤਰਿਮ ਆਰਡਰ ਪਾਸ ਕੀਤਾ ਹੈ ਕਿ ਅਗਲੀ ਸੁਣਵਾਈ ਤੱਕ ਜਦੋਂ ਤੱਕ ਅਗਲਾ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਪੇਰੈਂਟ 70% ਤੱਕ ਫੀਸ ਜਮ੍ਹਾਂ ਕਰਾ ਸਕਦੇ ਨੇ ਔਰ ਸਕੂਲ ਚਾਹੁਣ ਤਾਂ 70% ਤੱਕ ਹੀ ਤਨਖਾਹਾਂ ਦੇਣਗੇ। ਲੇਕਿਨ ਦੇਖਣ 'ਚ ਇਹ ਆ ਰਿਹਾ ਪ੍ਰੈਕਟੀਕਲੀ ਸਕੂਲ ਚਲਾਕੀ ਨਾਲ ਹੁਣ ਇਸ ਆਰਡਰ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਆ। ਹਾਲਾਂਕਿ ਮਾਪੇ ਲਈ ਵੀ ਇਹ ਆਰਡਰ ਨਜਾਇਜ਼ ਹੈ, ਪਰ ਸਕੂਲ ਵੀ ਹੁਣ ਕਿਤੇ ਨਾ ਕਿਤੇ ਆਪਣੇ ਖੇਡ 'ਚ ਆਪ ਫਸ ਗਏ। ਹਾਈ ਕੋਰਟ ਗਏ ਤਾਂ ਅਸੀਂ ਟਿਊਸ਼ਨ ਫੀਸ ਤੋਂ ਵੀ ਹੋਰ ਵਧਵਾ ਕੇ ਪੂਰੀ ਫੀਸ ਲੈਣ ਲਈ, ਉੱਥੇ ਜਾ ਕੇ ਹਾਈ ਕੋਰਟ ਨੇ ਆਰਡਰ ਕਰਤਾ 70% ਦਾ। ਹੁਣ ਸਕੂਲ ਨਵੀਂ ਚਲਾਕੀਆਂ ਕਰ ਰਹੇ ਹੈ। ਕਈ ਸਕੂਲਾਂ ਨੇ ਤਾਂ ਹਾਈ ਕੋਰਟ ਦਾ ਆਰਡਰ ਆਉਣ ਤੋਂ ਬਾਅਦ ਆਪਣੀ ਫੀਸ ਵਧਾ ਦਿੱਤੀ ਔਰ ਫਿਰ 70% ਸ਼ੋ ਕਰਕੇ ਉਹ ਬਰਾਬਰ ਗੱਲ ਲੈ ਆਏ। ਕਈ ਸਕੂਲ ਹਜੇ ਵੀ 100% ਫੀਸ ਮੰਗੀ ਜਾਂਦੇ ਆ। ਹੁਣ ਆਪਣੇ ਆਪ 'ਚ ਇੱਕ ਨਵੀਂ ਲੜਾਈ ਹੈ। ਅੱਜ ਅਸੀਂ ਇਹੋ ਜਿਹੇ ਸਕੂਲਾਂ ਨੂੰ ਲੀਗਲ ਨੋਟਿਸ ਭੇਜ ਰਹੇ ਹਾਂ ਅਤੇ ਉਹਨਾਂ ਨੂੰ ਕੋਰਟ ਵਿੱਚ ਅਸੀਂ ਘੜੀਸਾਂਗੇ
ਤੇ ਜਿਹੜਾ ਹਾਈ ਕੋਰਟ 'ਚ ਇਹਨਾਂ ਨੇ ਪਟੀਸ਼ਨ ਪਾਈ ਹੈ ਉਹਦੇ ਵਿੱਚ ਵੀ ਅਸੀਂ ਆਪਣੀ ਅਰਜ਼ੀ ਲਗਾ ਕੇ ਆਪਣਾ ਪੱਖ ਉੱਥੇ ਰੱਖਾਂਗੇ। ਜਿਸ ਤੱਕ 70% ਹੁਣ ਕਹੀ ਗਈ ਹੈ ਗੱਲ, ਪਹਿਲਾਂ ਮੇਰਾ ਸਵਾਲ ਹੈ ਕਿ 70% ਕਿਹੜੇ ਮਹੀਨੇ ਦੀ ਫੀਸ ਜਾਣੀ ਹੈ? ਕਿਉਂਕਿ ਲੋਕਡਾਊਨ ਦੇ ਦਰਮਿਆਨ ਕਿਸੇ ਵੀ ਜਿਵੇਂ ਮਾਂ-ਬਾਪ ਨੇ ਫੀਸ ਪੇ ਕਰਨੀ ਹੈ, ਕੰਮ ਨਹੀਂ ਸੀ, ਕਾਰੋਬਾਰ ਠੱਪ ਪਏ ਸੀ, ਕਿਹੜੇ ਮਹੀਨੇ ਦੀ ਫੀਸ ਜਿਹੜੀ ਕੋਰਟ ਨੇ ਲੈਣ ਲਈ ਕਿਹਾ? ਦੇਖੋ ਕੋਰਟ ਦੇ ਆਰਡਰ ਦੇ ਮੁਤਾਬਕ ਤਾਂ ਅਗਰ ਅਸੀਂ ਸਿਕਸ ਸੈਂਸ ਵਿੱਚ ਗੱਲ ਕਰੀਏ ਤਾਂ ਇਹ ਸਿਰਫ ਅਪ੍ਰੈਲ ਮਈ ਤੇ ਲਾਗੂ ਹੁੰਦਾ ਹੈ, ਕਿਉਂਕਿ 12 ਜੂਨ ਨੂੰ ਅਗਲੀ ਪੇਸ਼ੀ ਹੈਗੀ ਹੈ ਤੇ ਅਸੀਂ ਆਸ ਕਰਾਂਗੇ ਕਿ 12 ਜੂਨ ਨੂੰ ਕੋਸ਼ਿਸ਼ ਕਰਾਂਗੇ ਇਹ ਆਰਡਰ ਨੂੰ ਮਾਪਿਆਂ ਦੇ ਹੱਕ ਵਿੱਚ ਇਹਨੂੰ ਸੌਫਟ ਕਰਾਈਏ ਤਾਂ ਕਿ ਕੋਈ ਰਿਲੀਫ, ਕੋਈ ਰਾਹਤ ਮਿਲ ਸਕੇ ਮਾਪਿਆਂ ਨੂੰ। ਇਸ ਲਈ ਜੂਨ ਦੀ ਫੀਸ ਤੇ ਫਿਲਹਾਲ ਮੈਂ ਨਹੀਂ ਸਮਝਦਾ ਇਹ ਆਰਡਰ ਲਾਗੂ ਹੁੰਦਾ। ਇਹ ਸਿਰਫ ਅਪ੍ਰੈਲ ਮਈ ਬਾਰੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ 'ਚ ਵੀ ਰਿਆਇਤ ਮਿਲੇ। ਮੇਰਾ ਇੱਕ ਹੋਰ ਸਵਾਲ ਹੈ ਵੀ ਹੁਣ ਆਪਾਂ ਦੇਖਦੇ ਆਏ ਹਾਂ ਕਿ ਪ੍ਰਾਈਵੇਟ ਸਕੂਲ ਵਾਲੇ ਜਿਸ ਤਰੀਕੇ ਨਾਲ ਧੱਕਾ ਕਰਦੇ ਨੇ, ਇੱਕ ਐਕਟ ਬਣਿਆ ਸੀ, ਸ਼ਾਇਦ ਤੁਹਾਨੂੰ ਵੀ ਯਾਦ ਹੋਣਾ ਕਿ 2016 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਮਤਾ ਪਾਇਆ ਗਿਆ ਸੀ ਜੋ ਵਿਧਾਨ ਸਭਾ ਵਿੱਚ ਪਾਸ ਵੀ ਹੋ ਜਾਂਦਾ ਹੈ। ਇੱਕ ਤਾਂ ਐਕਟ ਵਿੱਚ ਲਿਖਿਆ ਕੀ ਹੋਇਆ 8% ਦੀ ਵੀ ਜੇ ਆਪਾਂ ਗੱਲ ਕਰੀਏ, ਉਹ ਪੂਰਾ ਐਕਟ ਹੈ ਕੀ? ਮੇਰੇ ਮੁਤਾਬਕ ਉਹ ਇੱਕ ਬਹੁਤ ਕਮਜ਼ੋਰ ਐਕਟ ਬਣਾਇਆ ਗਿਆ ਸੀਗਾ। ਉਹਦੇ 'ਚ ਸਕੂਲਾਂ ਨੂੰ ਇੱਕ ਤਰ੍ਹਾਂ ਦੀ ਛੂਟ ਦੇ ਦਿੱਤੀ ਗਈ ਕਿ ਹਰ ਸਾਲ ਉਹ ਆਪਣੀ ਫੀਸ ਵਧਾ ਸਕਦੇ ਨੇ, ਕੋਈ ਉਹਦੇ ਲਈ ਕੋਈ ਖਾਸ ਪੈਮਾਨਾ ਨਹੀਂ ਰੱਖਿਆ, ਸਿਰਫ ਫੀਸ ਵਧਾਉਣ ਦੀ ਹੱਦ ਲਗਾਤੀ ਕਿ 8% ਤੋਂ ਬਾਅਦ ਫੀਸ ਨਹੀਂ ਵਧਾਉਣੀ। ਲੇਕਿਨ ਨੁਕਸਾਨ ਇਹ ਹੈ ਉਹਦੇ 'ਚ ਕਿ ਇੱਕ ਤਾਂ ਮਾਪਿਆਂ ਦੇ ਹੱਥ ਵੱਢਦੇ ਕਿ ਅਸੀਂ ਸਕੂਲਾਂ ਦੇ ਖਿਲਾਫ ਕੋਰਟ 'ਚ ਕੇਸ ਨਹੀਂ ਪਾ ਸਕਦੇ, ਕੋਰਟ ਇਹੋ ਜਿਹੇ ਕੇਸ ਦੀ ਸੁਣਵਾਈ ਨਹੀਂ ਕਰੇਗੀ, ਜਿਹੜੇ ਕਚਹਿਰੀਆਂ ਹੈਗੀਆਂ। ਜੇ ਕਿਸੇ ਮਾਪੇ ਨੂੰ ਕੋਈ ਸ਼ਿਕਾਇਤ ਹੈ ਵੀ ਸਕੂਲ ਜ਼ਿਆਦਾ ਨਜਾਇਜ਼ ਫੀਸ ਲੈ ਰਿਹਾ ਹੈ, ਉਹਦੀ ਸ਼ਿਕਾਇਤ ਸਿਰਫ ਕੀਤੀ ਜਾ ਸਕਦੀ ਹੈ ਡਿਵੀਜ਼ਨਲ ਕਮਿਸ਼ਨਰ ਨੂੰ। ਹੁਣ ਪੰਜਾਬ 'ਚ ਡਿਵੀਜ਼ਨਲ ਕਮਿਸ਼ਨਰ ਨੂੰ ਸੈਂਕੜਾਂ ਸ਼ਿਕਾਇਤਾਂ ਕਰਤੀਆਂ ਮਾਪਿਆਂ ਨੇ, ਅੱਜ ਤੱਕ ਕਿਸੇ ਵੀ ਸ਼ਿਕਾਇਤ 'ਤੇ ਕੋਈ ਮੀਨਿੰਗਫੁਲ, ਕੋਈ ਸਾਰਥਕ ਕੋਈ ਆਰਡਰ ਅੱਜ ਤੱਕ ਨਹੀਂ ਆਇਆ। ਸ਼ਿਕਾਇਤਾਂ ਦਬੀਆਂ ਰਹਿ ਜਾਂਦੀਆਂ, ਮਾਪੇ ਧੱਕੇ ਖਾਂਦੇ ਥੱਕ ਜਾਂਦੇ ਆ, ਪਰ ਸਕੂਲਾਂ ਦੀ ਲੁੱਟ ਖਸੁੱਟ ਉੱਦਾਂ ਹੀ ਚਲੀ ਜਾ ਰਹੀ ਹੈ। ਹੁਣ 2019 ਦੇ ਅਖੀਰ ਵਿੱਚ ਜਦ ਸਰਕਾਰ ਬਦਲ ਚੁੱਕੀ ਸੀ, ਦੁਬਾਰਾ ਇੱਕ ਮਤਾ ਲਿਆ ਕੇ ਇਸ ਐਕਟ ਵਿੱਚ ਸੋਧ ਕੀਤੀ ਗਈ ਹੈ, ਇੱਕ ਅਮੈਂਡਮੈਂਟ ਕੀਤੀ ਗਈ ਹੈ। ਉਹਦੇ ਵਿੱਚ ਹੋਰ ਸਕੂਲਾਂ ਦੀ ਲੁੱਟ ਦੀ ਖੁੱਲ੍ਹ ਦੇ ਦਿੱਤੀ ਉਹਨਾਂ ਨੂੰ। ਹੁਣ ਇਹ ਕਰਤਾ ਕਿ ਅਗਰ ਕਿਸੇ ਸਕੂਲ ਨੇ 8% ਤੋਂ ਵੱਧ ਵੀ ਫੀਸ ਵਧਾਉਣੀ ਹੈ ਤਾਂ ਉਹ ਵੱਧ ਵੀ ਵਧਾ ਸਕਦਾ ਹੈ, ਸਿਰਫ ਉਹਨੂੰ ਕਿਸੇ ਦੀ ਇਜਾਜ਼ਤ ਲੈਣ ਦੀ ਲੋੜ ਨਹੀਂ। ਸਿਰਫ ਫੀਸ ਵਧਾ ਕੇ ਆਪਣੇ ਨੋਟਿਸ ਬੋਰਡ 'ਤੇ ਨੋਟਿਸ ਲਗਾ ਦੇਵੇ ਕਿ ਨਵੀਂ ਫੀਸ ਹੋਣੀ, ਵਧੀ ਹੋਈ ਫੀਸ ਇੰਨੀ ਹੋਏਗੀ। ਇਹ ਬਹੁਤ ਜ਼ਿਆਦਾ ਨਜਾਇਜ਼ ਹੈ। ਸਾਨੂੰ ਦੁੱਖ ਇਸ ਗੱਲ ਦਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਇਸ 'ਤੇ ਕੋਈ ਸਵਾਲ ਨਹੀਂ ਚੁੱਕਿਆ। ਵਿਧਾਨ ਸਭਾ 'ਚ ਬਿਨਾਂ ਕਿਸੇ ਬਹਿਸ, ਬਿਨਾਂ ਕਿਸੇ ਸਵਾਲ ਜਵਾਬ ਤੋਂ ਇਹ ਮਤਾ ਵੀ ਪਾਸ ਹੋ ਗਿਆ। ਜਿਸ ਤਰੀਕੇ ਤੁਸੀਂ ਕਿਹਾ ਕਿ 8% ਪਹਿਲਾਂ 2016 ਦੇ ਵਿੱਚ ਵਾਧਾ ਹੁੰਦਾ, 2019 ਦੇ ਅਖੀਰ ਦੇ ਵਿੱਚ ਜਾ ਕੇ ਸੋਧ ਕੀਤਾ ਜਾਂਦਾ ਹੈ। ਹੁਣ ਸਵਾਲ ਇਹ ਕਿ ਜਿਸ ਤਰੀਕੇ ਨਾਲ ਮਾਪੇ ਹੁਣ ਕਹਿ ਦਿੰਦੇ ਅਸੀਂ ਫੀਸ ਨਹੀਂ ਦੇਣੀ, ਪਰ ਸਕੂਲ ਅੜੇ ਨੇ ਅਸੀਂ ਫੀਸਾਂ ਲੈਣੀਆਂ ਨੇ। ਜੇ ਫੀਸ ਨਹੀਂ ਦਿੰਦੇ, ਕੀ ਸਕੂਲ ਦੇ ਵਿੱਚ ਬੱਚਿਆਂ ਦਾ ਨਾਮ ਕੱਟ ਸਕਦੇ ਨੇ ਸਕੂਲ ਵਾਲੇ ਕਿਸੇ ਵੀ? ਨਹੀਂ ਜੀ, ਨਾਮ ਕੱਟਣ ਦਾ ਖੈਰ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਤਾਂ ਕਾਨੂੰਨ ਬਹੁਤ ਕਲੀਅਰ ਹੈ। ਰਾਈਟ ਟੂ ਐਜੂਕੇਸ਼ਨ ਐਕਟ ਕਹਿੰਦਾ ਕਿਸੇ ਵੀ ਹਾਲਾਤ ਵਿੱਚ ਨਾ ਤਾਂ ਕਿਸੇ ਦਾ ਬੱਚੇ ਦਾ ਨਾਂ ਕੱਟਿਆ ਜਾ ਸਕਦਾ ਹੈ, ਨਾ ਕਿਸੇ ਬੱਚੇ ਨੂੰ ਫੇਲ ਕੀਤਾ ਜਾ ਸਕਦਾ ਹੈ ਕਲਾਸ ਵਿੱਚ, ਨਾ ਅਗਲੀ ਕਲਾਸ 'ਤੇ ਪ੍ਰਮੋਟ ਕਰਨ ਤੋਂ ਰੋਕਿਆ ਜਾ ਸਕਦਾ ਹੈ। ਉਸ ਤੋਂ ਇਲਾਵਾ ਬਹੁਤ ਸਾਰੀ ਹਾਈ ਕੋਰਟਾਂ ਦੀ ਜਜਮੈਂਟਾਂ, ਅਲੱਗ-ਅਲੱਗ ਹਾਈ ਕੋਰਟਾਂ ਦੀ ਬਹੁਤ ਫੈਸਲੇ ਆਏ ਹੈ ਕਿ ਕਿਸੇ ਵੀ ਹਾਲ 'ਚ ਭਾਵੇਂ ਮਾਪਿਆਂ ਨਾਲ ਸਕੂਲ ਦਾ ਕੋਈ ਮਸਲਾ ਵੀ ਹੈ ਫੀਸ ਨੂੰ ਲੈ ਕੇ ਜਾਂ ਕਿਸੇ ਵੀ ਗੱਲ 'ਤੇ, ਕਿਤੇ ਬੰਬੇ ਦਾ ਇੱਕ ਕੇਸ ਸੀਗਾ, ਮੈਂ ਕੱਲ੍ਹ ਫੈਸਲਾ ਪੜ੍ਹ ਰਿਹਾ ਸੀਗਾ, ਜਿੱਥੇ ਮਾਪਿਆਂ ਨੇ ਸਕੂਲ 'ਚ ਆ ਕੇ ਹੰਗਾਮਾ ਕਰਤਾ, ਕਾਨੂੰਨ ਆਪਣੇ ਹੱਥ 'ਚ ਲੈ ਲਿਆ। ਇਹੋ ਜਿਹੀ ਸੂਰਤ ਵਿੱਚ ਵੀ ਸਕੂਲ ਔਰ ਮਾਪਿਆਂ ਦੇ ਝਗੜੇ ਵਿੱਚ ਬੱਚਿਆਂ ਦੀ ਫੀਸ ਪੜ੍ਹਾਈ ਨਹੀਂ ਖਰਾਬ ਕੀਤੀ ਜਾ ਸਕਦੀ, ਬੱਚਿਆਂ ਦਾ ਨਾਮ ਨਹੀਂ ਕੱਟਿਆ ਜਾ ਸਕਦਾ। ਇਸ 'ਤੇ ਕਾਨੂੰਨ ਬਹੁਤ ਸਾਫ਼ ਹੈ। ਜੇ ਸਿੱਖਿਆ ਇੰਨੀ ਮਹਿੰਗੀ ਹੋ ਜਾਏਗੀ, ਸਿੱਖਿਆ ਇੰਨੀ ਮਹਿੰਗੀ ਹੋ ਜਾਏਗੀ, ਪੜ੍ਹਾਈ ਇੰਨੀ ਮਹਿੰਗੀ ਹੋ ਜਾਏਗੀ, ਫਿਰ ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਪੜ੍ਹ ਪਾਉਣਗੇ? ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਮੈਂ ਵੀ ਬਹੁਤ ਚਿੰਤਤ ਹਾਂ ਕਿ ਸਾਡੇ ਦੇਸ਼ ਦਾ ਭਵਿੱਖ ਕੀ ਹੋਏਗਾ। ਅਗਲੀ ਪੀੜ੍ਹੀ ਨੂੰ ਪੜ੍ਹਾਉਣਾ ਇੰਨਾ ਔਖਾ ਹੋਇਆ ਪਿਆ ਹੈ। ਫੀਸ ਤੋਂ ਇਲਾਵਾ ਇੱਕ ਹੋਰ ਦੇਖੋ, ਕਰੋਨਾ ਦੀ ਮਾਰ। ਕੱਲ੍ਹ ਮੈਂ ਕਿਤੇ ਪੜ੍ਹਿਆ ਕਿ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ ਫ੍ਰੀ ਕਿਤਾਬਾਂ ਦਿੱਤੀਆਂ ਜਾਂਦੀਆਂ। ਇਹ ਹਰ ਸਾਲ ਹੁੰਦਾ ਹੈ। ਐਤਕੀ ਕਿਤਾਬਾਂ ਦੇਣ ਲਈ ਹੁਣ ਪਿਛਲੇ ਹਫ਼ਤੇ ਸਿੱਖਿਆ ਵਿਭਾਗ ਨੇ ਕਿਤਾਬਾਂ ਭੇਜੀਆਂ ਸਕੂਲਾਂ 'ਚ। 12% ਬੱਚੇ ਕਿਤਾਬਾਂ ਲੈਣ ਨਹੀਂ ਆਏ। ਉਹ ਬੱਚੇ ਨੇ ਜੋ ਲੇਬਰ ਕਲਾਸ ਸੀ, ਜੋ ਸ਼ਹਿਰ ਛੱਡ ਕੇ ਆਪਣੇ ਪਿੰਡਾਂ ਨੂੰ ਵਾਪਰ ਗਏ, ਯੂਪੀ ਬਿਹਾਰ ਜਾਂ ਕਿਤੇ ਵੀ। ਇਹਦਾ ਮਤਲਬ ਉਹ ਬੱਚੇ ਸਿੱਖਿਆ ਤੋਂ ਨਿਕਲ ਗਏ, ਸਕੂਲਾਂ ਤੋਂ ਨਿਕਲ ਗਏ, ਵਾਪਸ ਆਉਣ ਦੀ ਕੋਈ ਆਸ ਨਜ਼ਰ ਨਹੀਂ ਆ ਰਹੀ। ਮੈਨੂੰ ਡਰ ਹੈ ਵੀ ਉਹਨਾਂ ਬੱਚਿਆਂ ਦਾ ਭਵਿੱਖ ਕੀ ਹੋਏਗਾ। ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਣ ਵਾਲੇ ਬੱਚੇ, ਉਹਨਾਂ ਦੇ ਹਾਲਾਤ ਹੋਰ ਮਾੜੇ ਨੇ। ਕਿੰਨੇ ਪੇਰੈਂਟਾਂ ਦੇ ਮਾਪਿਆਂ ਦੇ ਫੋਨ ਆ ਰਹੇ ਹੈ ਜਿਨ੍ਹਾਂ ਦੇ ਕਾਰੋਬਾਰ ਬੰਦ ਪਏ ਹੈ, ਨੌਕਰੀਆਂ ਗਵਾਤੀਆਂ, ਜੇ ਨੌਕਰੀ ਬਚ ਵੀ ਗਈ ਤਾਂ ਤਨਖਾਹ ਅੱਧੀ ਰਹਿ ਗਈ, ਮਕਾਨਾਂ ਦੇ ਕਿਰਾਏ ਦੇਣੇ ਔਖੇ ਹੋ ਰਹੇ ਹੈ, ਬੈਂਕਾਂ ਦੀ ਕਿਸ਼ਤਾਂ ਦੇਣੀਆਂ ਔਖੀਆਂ ਹੋ ਰਹੀਆਂ। ਉਹ ਸਕੂਲ ਦੀ ਪੂਰੀ ਫੀਸਾਂ ਕਿੱਦਾਂ ਦੇਣਗੇ? ਇਹੋ ਜਿਹੇ ਹਾਲਾਤ 'ਚ ਬੱਚਿਆਂ ਨੂੰ ਪੜ੍ਹਾਉਣਾ ਔਖਾ ਹੁੰਦਾ ਜਾ ਰਿਹਾ। ਮੈਨੂੰ ਨਹੀਂ ਪਤਾ ਕਰੋਨਾ ਕਦ ਤੱਕ ਰਹੇਗਾ, ਸਕੂਲ ਕਦ ਤੱਕ ਬੰਦ ਰਹਿਣਗੇ। ਇਹਨੂੰ ਲੈ ਕੇ ਚਿੰਤਾ ਬਹੁਤ ਹੋ ਰਹੀ ਹੈ ਕਿ ਬੱਚਿਆਂ ਦੀ ਪੜ੍ਹਾਈ ਦਾ ਕੀ ਹੋਏਗਾ। ਸਾਡੇ ਦੇਸ਼ ਦਾ ਭਵਿੱਖ ਹੈ, ਦੀ ਚਿੰਤਾ ਕਿਸੇ ਸਰਕਾਰ ਨੂੰ, ਕਿਸੇ ਅਫਸਰ ਨੂੰ ਨਹੀਂ ਹੈ।
ਜੋ ਤੁਸੀਂ ਮੇਰਾ ਇੱਕ ਹੋਰ ਸਵਾਲ ਹੈ ਕਿ ਜਦੋਂ ਤੁਸੀਂ 8% ਦੀ ਗੱਲ ਕੀਤੀ ਹੈ, ਜਦੋਂ ਕੋਈ ਸਕੂਲ 8% ਵਧਾ ਕੇ ਲੈਂਦਾ ਹੈ, ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਇੱਕ ਹੋਰ ਐਕਟ ਵਿੱਚ ਸੋਧ ਹੋਣੀ ਚਾਹੀਦੀ ਹੈ ਕਿ ਜੇ ਕਿਸੇ ਨੇ 8% ਵਧਾ ਕੇ ਲੈਣੀ ਹੈ, ਪਹਿਲਾਂ ਉਸ ਨੂੰ ਬੈਲੈਂਸ ਸ਼ੀਟ ਦਿਖਾਣੀ ਪਵੇਗੀ ਸਕੂਲ ਵਾਲਿਆਂ ਨੂੰ ਕਿ ਉਹਨਾਂ ਨੂੰ ਘਾਟਾ ਪਿਆ ਤਾਂ ਹੀ 8% ਵਧਾਉਣ। ਫਿਰ ਤੁਹਾਨੂੰ ਲੱਗਦਾ ਕੋਈ ਨਾ ਕੋਈ ਇਹੋ ਜਿਹਾ ਵੀ ਨਿਯਮ ਆਉਣਾ ਚਾਹੀਦਾ ਜੋ ਮਾਂ ਪਿਓ ਦੇ ਹੱਕ ਦੇ ਵਿੱਚ ਹੋਵੇ। ਤੁਸੀਂ ਜਿਵੇਂ ਪਹਿਲਾਂ ਹੀ ਕਿਹਾ ਕਿ ਬਾਹਾਂ ਕੱਢ ਦਿੱਤੀਆਂ ਮਾਂ-ਬਾਪ ਦੀਆਂ ਕਿ ਸਕੂਲ ਨੂੰ ਪਹਿਲਾਂ ਹੀ 8% ਵਧਾਉਣ ਲਈ ਕਿਹਾ ਤਾਂ ਬਿਨਾਂ ਕਿਸੇ ਗੱਲ ਤੋਂ। ਹਾਂ, ਇਹਦੇ 'ਚ ਇਹੀ 2016 ਦਾ ਤਾਂ ਪੰਜਾਬ ਦਾ ਜਿਹੜਾ ਐਕਟ ਹੈ 2018 ਵਿੱਚ ਚੰਡੀਗੜ੍ਹ ਵਿੱਚ ਇਹ ਲਾਗੂ ਕੀਤਾ ਗਿਆ। ਚੰਡੀਗੜ੍ਹ ਜੋ ਹੈ ਮਿਨਿਸਟਰੀ ਆਫ ਹੋਮ ਅਫੇਅਰ ਦੇ ਅੰਡਰ ਆਉਂਦਾ ਹੈ, ਗ੍ਰਹਿ ਮੰਤਰਾਲਾ ਦੇ ਅੰਡਰ। ਅਸੀਂ ਉਸ ਵੇਲੇ ਕਾਫੀ ਸ਼ੋਰ ਮਚਾਇਆ ਸੀ ਕਿ ਇਸ ਐਕਟ 'ਚ ਇਹ ਕਮੀਆਂ ਹੈ, ਉੱਥੇ ਕਿਤੇ ਸਾਡੀ ਸੁਣਵਾਈ ਹੋ ਗਈ ਔਰ ਚੰਡੀਗੜ੍ਹ ਵਿੱਚ ਇਹਨੂੰ ਲਾਗੂ ਕਰਦਿਆਂ ਇੱਕ ਸੋਧ ਕੀਤੀ ਗਈ ਸਿਰਫ ਚੰਡੀਗੜ੍ਹ ਲਈ ਕਿ ਸਾਰੇ ਸਕੂਲਾਂ ਨੂੰ ਹਰ ਸਾਲ ਆਪਣੀ ਬੈਲੈਂਸ ਸ਼ੀਟ ਅਤੇ ਆਪਣੀ ਆਮਦਨੀ ਅਤੇ ਖਰਚੇ ਦਾ ਬਹੀ ਖਾਤਾ ਹਰ ਸਕੂਲ ਆਪਦੀ ਵੈਬਸਾਈਟ 'ਤੇ ਪਾਏਗਾ। ਇਹ ਸੋਧ ਇੱਥੇ ਕੀਤੀ ਗਈ ਜੋ ਮੈਨੂੰ ਲੱਗਦਾ ਪੰਜਾਬ ਅਤੇ ਹੋਰ ਸਾਰੇ ਸੂਬਿਆਂ 'ਚ ਕੀਤੀ ਜਾਣੀ ਚਾਹੀਦੀ ਹੈ। ਉਹ ਅਲੱਗ ਗੱਲ ਹੈ ਕਿ ਚੰਡੀਗੜ੍ਹ ਵਿੱਚ ਵੀ ਸਿੱਖਿਆ ਵਿਭਾਗ ਨੇ, ਅਫਸਰਾਂ ਨੇ ਇਹਦੇ 'ਚ ਕੋਈ ਦਿਲਚਸਪੀ ਨਹੀਂ ਦਿਖਾਈ ਇਹਨੂੰ ਲਾਗੂ ਕਰਾਉਣ ਲਈ ਸਖਤੀ ਨਾਲ, ਇਸ ਲਈ ਸਕੂਲਾਂ ਨੇ ਬੈਲੈਂਸ ਸ਼ੀਟਾਂ ਨਹੀਂ ਪਾਈਆਂ, ਉਹ ਇੱਕ ਅਲੱਗ ਗੱਲ ਹੈ। ਪਰ ਕਾਨੂੰਨ ਹੋਣਾ ਇਹੀ ਚਾਹੀਦਾ ਕਿ ਹਰ ਸਕੂਲ ਪਾਰਦਰਸ਼ੀ ਤਰੀਕੇ ਨਾਲ ਚਲੇ, ਕਿਉਂਕਿ ਸਕੂਲ ਬਿਜ਼ਨਸ ਨਹੀਂ ਹੈਗੇ। ਕਾਨੂੰਨ ਦੇ ਮੁਤਾਬਕ ਹਿੰਦੁਸਤਾਨ 'ਚ ਸਿੱਖਿਆ ਦਾ ਵਪਾਰ ਨਹੀਂ ਕੀਤਾ ਜਾ ਸਕਦਾ। ਸਿੱਖਿਆ ਇੱਕ ਸਮਾਜ ਸੇਵਾ ਹੈ, ਚੈਰੀਟੇਬਲ ਕੰਮ ਹੈ ਕਾਨੂੰਨ ਦੇ ਮੁਤਾਬਕ। ਇਹ ਮੈਂ ਆਪ ਦੀ ਵੱਲੋਂ ਨਹੀਂ ਕਹਿ ਰਿਹਾ। ਅਤੇ ਇਸ ਲਈ ਸਕੂਲਾਂ ਨੂੰ ਚਾਹੀਦਾ ਕਿ ਆਪਣੇ ਬਹੀ ਖਾਤੇ, ਆਪਣੀ ਬੈਲੈਂਸ ਸ਼ੀਟਾਂ ਪਾਰਦਰਸ਼ੀ ਕਰੇ। ਹਰ ਸਕੂਲ ਆਪਣੀ ਬੈਲੈਂਸ ਸ਼ੀਟ ਆਪਣੇ ਵੈਬਸਾਈਟ 'ਤੇ ਪਾਵੇ। ਫੀਸ ਵਧਾਉਣ ਤੋਂ ਪਹਿਲਾਂ ਬੈਲੈਂਸ ਸ਼ੀਟ ਦੀ ਕਾਪੀ ਦੇ ਨਾਲ ਲਗਾ ਕੇ ਪੂਰੀ ਰਿਪੋਰਟ ਬਣਾ ਕੇ ਸਰਕਾਰ ਕੋਲੋਂ ਮੰਗੇ ਇਜਾਜ਼ਤ ਕਿ ਸਾਨੂੰ ਫੀਸ ਵਧਾਉਣ ਦੀ ਲੋੜ ਕਿਉਂ ਹੈ। ਉਹਦੇ 'ਤੇ ਮਾਪਿਆਂ ਦੇ ਇਤਰਾਜ਼ ਮੰਗਾਏ ਜਾਣ। ਉਸ ਤੋਂ ਬਾਅਦ ਸਰਕਾਰ ਫੈਸਲਾ ਕਰੇ ਕਿਹੜੇ ਸਕੂਲ ਨੂੰ ਫੀਸ ਵਧਾਉਣ ਦੀ ਲੋੜ ਹੈ ਜਾਂ ਕਿਤੇ ਘਟਾਉਣ ਦੀ ਲੋੜ ਹੈ। ਸਕੂਲਾਂ ਕੋਲ 50-50, 100-100 ਕਰੋੜ ਦੀਆਂ FDਆਂ ਸਰਪਲਸ ਪੈਸੇ ਪਏ ਆ। ਹਰ ਦੂਜੇ ਤੀਜੇ ਸਾਲ ਕਿੰਨੇ ਸਕੂਲ 'ਚ ਨਵੀਂ ਬ੍ਰਾਂਚਾਂ ਖੋਲ੍ਹ ਲੈਂਦੇ ਆ, ਪਰ ਫਿਰ ਵੀ ਰੋਣਾ ਹੁਣ 1 ਮਹੀਨੇ 'ਚ ਰੋਣ ਲੱਗ ਗਏ ਵੀ ਸਾਡੇ ਕੋਲ ਤਨਖਾਹ ਦੇਣ ਦੇ ਪੈਸੇ ਨਹੀਂ ਹੈਗੇ। ਘੜਿਆਲੀ ਆਸੂ ਰੋ ਰਹੇ ਆ। ਜਿਵੇਂ ਤੁਸੀਂ ਕਿਹਾ ਕਿ ਆਪਾਂ ਜਿਵੇਂ ਕਾਨੂੰਨ ਦੇ ਤਹਿਤ ਦੇਖਿਆ ਜਾਵੇ ਕਿ ਜਿਹੜੀ ਐਜੂਕੇਸ਼ਨ ਹੈ ਉਹ ਇੱਕ ਚੈਰੀਟੇਬਲ ਥਰੂ ਜਾਂ ਆਪਾਂ ਕਹਿ ਦਈਏ ਕਿ ਦਿੱਤੀ ਜਾਂਦੀ ਹੈ ਵੀ ਇਸ ਉੱਪਰ ਕੋਈ ਵੀ ਬਿਜ਼ਨਸ ਨਹੀਂ ਚੱਲ ਸਕਦਾ। ਪਰ ਹੁਣ ਮਾਂ-ਬਾਪ ਕੀ ਕਰਨ? ਜਿਵੇਂ 70% ਦਾ ਫੈਸਲਾ ਆ ਗਿਆ, ਹੁਣ ਜਿਹੜੇ ਮਾਂ-ਬਾਪ ਸਕੂਲ ਵਿੱਚ ਫੀਸਾਂ ਨਹੀਂ ਦੇਣਗੇ ਫਿਰ ਉਹਨਾਂ ਨਾਲ ਕੀ ਹੋਏਗਾ ਅੱਗੇ ਜਾ ਕੇ? ਕਿ ਸਕੂਲ ਵਾਲੇ ਨਾਮ ਕੱਟਣਗੇ ਕਿ ਬੱਚੇ ਉਹਨੂੰ ਵਾਪਸ ਘਰੇ ਭੇਜਣਗੇ? ਫਿਰ ਕੇਸ 'ਚ ਕਿ ਅੱਗੇ ਜਿਹੜਾ ਸਕੂਲ ਰਿਸਪੌਂਸ ਕਰੇਗਾ 70% ਨੂੰ ਲੈ ਕੇ? ਦੇਖੋ, ਐਸਾ ਹੈ ਕਿ ਮੈਂ ਕਦੇ ਵੀ ਰਾਏ ਨਹੀਂ ਦਿਆਂਗਾ ਕਿ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਕੋਈ ਜੋਖਮ ਲਿਆ ਜਾਵੇ, ਬੱਚਿਆਂ ਨੂੰ ਇਸ ਲੜਾਈ ਦੇ ਵਿੱਚ ਹਿੱਸਾ ਬਣਾਇਆ ਜਾਵੇ। ਸਕੂਲਾਂ ਨੂੰ ਵੀ ਨਹੀਂ ਚਾਹੀਦਾ, ਮਾਪਿਆਂ ਨੂੰ ਵੀ ਨਹੀਂ ਚਾਹੀਦਾ। ਸਕੂਲਾਂ ਦੀ ਫੀਸਾਂ ਲਈ ਜੋ ਮੰਗ ਹੈ ਉਹ ਬਿਲਕੁਲ ਨਜਾਇਜ਼ ਹੈ, ਮੇਰੇ ਮੁਤਾਬਕ ਗੈਰ ਕਾਨੂੰਨੀ ਹੈ। ਮਾਪਿਆਂ ਨੂੰ ਚਾਹੀਦਾ ਇਹਨੂੰ ਲੜਨ, ਕਾਨੂੰਨੀ ਤਰੀਕੇ ਨਾਲ ਲੜਨ, ਡਟ ਕੇ ਲੜਨ। ਲੋੜ ਪਵੇ ਤਾਂ ਕਚਹਿਰੀਆਂ ਵਿੱਚ, ਕੋਰਟਾਂ 'ਚ ਕੇਸ ਪਾਉਣ, ਲੋੜ ਪਵੇ ਤਾਂ ਸੜਕਾਂ 'ਤੇ ਉਤਰਨ, ਜਲਸੇ ਕਰਨ, ਸਭ ਕੁਝ ਕਰਨ। ਪਰ ਜਿੱਥੇ ਸੰਭਵ ਹੋਵੇ ਬੱਚਿਆਂ ਦੀ ਪੜ੍ਹਾਈ 'ਤੇ ਕੋਈ ਜੋਖਮ ਆਵੇ ਉਹਦਾ, ਕਿਉਂਕਿ ਉਹਦਾ ਕੋਈ ਵੀ ਭਰਪਾਈ ਨਹੀਂ ਹੋ ਸਕਦੀ ਅਗਰ ਬੱਚਿਆਂ ਦੀ ਪੜ੍ਹਾਈ ਬਾਰੇ ਡਿਸਟਰਬ ਹੋ ਗਈ। ਜਿਸ ਤਰ੍ਹਾਂ ਆਪਾਂ ਐਜੂਕੇਸ਼ਨ ਦੀ ਗੱਲ ਕਰਨੇ ਆ ਵੀ ਜਿਹੜੀ ਫੀਸ ਹੈਗੀ ਆ ਉਹ ਨਹੀਂ ਲਈ ਜਾਣੀ ਚਾਹੀਦੀ, ਕਿਉਂਕਿ ਤੁਸੀਂ ਵੀ ਜਿਵੇਂ ਕਿਹਾ ਕਿ ਸਿੱਖਿਆ ਜਿਹੜੀ ਹੈਗੀ ਦਾਨ ਹੈ, ਇੱਕ ਵੀ ਕੋਈ ਵੀ ਇਸ ਚੀਜ਼ ਨੂੰ ਗ੍ਰਹਿਣ ਕਰ ਸਕਦਾ, ਉਸ ਪੈਸੇ ਦਾ ਸਵਾਲ ਨਹੀਂ ਹੋਣਾ ਚਾਹੀਦਾ। ਫਿਰ ਜਿਸ ਤਰ੍ਹਾਂ ਸਕੂਲਾਂ ਵਾਲੇ ਫੀਸ ਲੈਣ ਦੇ ਅੜੇ ਹੋਏ ਨੇ 70%, ਤੁਹਾਨੂੰ ਲੱਗਦਾ ਵੀ ਉਹ ਫੀਸ ਨਹੀਂ ਲੈਣੀ ਚਾਹੀਦੀ? ਜੇ ਆਪਾਂ ਸਿੱਖਿਆ ਨੂੰ ਦਾਨ ਦੇ ਤੌਰ 'ਤੇ ਦੇਖਦੇ ਹਾਂ ਫਿਰ ਛੱਡ ਦੇਣੀ ਚਾਹੀਦੀ ਹੈ, ਕਿਉਂਕਿ ਬੱਚੇ ਅੱਗੇ ਪੜ੍ਹਨ ਜਾ ਕੇ ਜੇ ਫੀਸ ਹੀ ਲੈਦੇ ਨੇ ਫਿਰ ਤਾਂ ਮਤਲਬ ਕਿ ਸਕੂਲ ਬਿਜ਼ਨਸ ਕਰਦੇ ਨੇ। ਬਿਲਕੁਲ, ਸਕੂਲ ਅੱਜ ਦੇ ਹਾਲਾਤ ਐਸੇ ਬਣ ਗਏ, ਪ੍ਰਾਈਵੇਟ ਸਕੂਲ ਸਾਰੇ ਬਿਜ਼ਨਸ ਹੀ ਕਰ ਰਹੇ ਹੈ। ਚੈਰੀਟੇਬਲ ਵਾਲਾ ਕੰਮ ਬਿਲਕੁਲ ਖਤਮ ਹੋ ਗਿਆ। ਹੁਣ ਕਰੋਨਾ ਦੇ ਦਿਨਾਂ ਵਿੱਚ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੈ ਸਕੂਲਾਂ ਨੂੰ ਇਨਸਾਨੀਅਤ ਦਿਖਾਉਣ ਦੀ, ਆਪਣੇ ਚੈਰੀਟੇਬਲ ਕੰਮ ਕਰਨ ਦੀ। ਮਾਪਿਆਂ 'ਤੇ ਦਬਾਅ ਬਿਲਕੁਲ ਨਹੀਂ ਬਣਾਉਣਾ ਚਾਹੀਦਾ, ਫੀਸ ਬਿਲਕੁਲ ਮਾਫ ਕਰ ਦੇਣੀ ਚਾਹੀਦੀ ਜਦੋਂ ਸਕੂਲ ਬੰਦ ਪਏ ਹੈ। ਔਰ ਅਗਰ ਸਕੂਲ ਐਸਾ ਨਹੀਂ ਕਰਦੇ ਤਾਂ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਇਹੋ ਜਿਹੇ ਸਕੂਲਾਂ ਨੂੰ ਟੇਕ ਓਵਰ ਕਰ ਲਵੇ, ਸਰਕਾਰ ਆਪ ਚਲਾਵੇ। ਬਹੁਤ ਚੰਗੇ ਕੰਮ ਕਰਨ ਵਾਲੇ ਸਮਾਜ ਸੇਵੀ ਲੋਕ, NGO ਹੈਗੇ ਨੇ ਜਿਹੜੇ ਅੱਗੇ ਆਉਣ ਨੂੰ ਤਿਆਰ ਹੈ। ਅਸੀਂ ਆਪ ਤਿਆਰ ਹਾਂ, ਅਸੀਂ ਕੋਈ ਵੀ ਸਕੂਲ ਸਾਨੂੰ ਦਿਓ, ਅਸੀਂ ਚਲਾ ਕੇ ਦਿਖਾਵਾਂਗੇ ਬਗੈਰ ਫੀਸ ਲਏ। ਕਰੋਨਾ ਦੇ ਦਿਨਾਂ ਵਿੱਚ ਮਹਾਰਾਸ਼ਟਰ ਦਾ ਐਗਜ਼ਾਮਪਲ ਲਓ ਤੁਸੀਂ। 4 ਦਿਨ ਪਹਿਲਾਂ ਤੁਸੀਂ ਸੁਣਿਆ ਹੋਏਗਾ, ਮਹਾਰਾਸ਼ਟਰ ਸਰਕਾਰ ਨੇ ਹਾਲਾਤ ਇਹੋ ਜਿਹੇ ਬਣਨ ਤੋਂ ਪ੍ਰਾਈਵੇਟ ਹਸਪਤਾਲਾਂ 'ਤੇ ਕਬਜ਼ਾ ਕਰ ਲਿਆ, ਕਿਉਂਕਿ ਕਰੋਨਾ ਦੇ ਮਰੀਜ਼ ਇੰਨੇ ਵੱਧ ਗਏ। ਸਰਕਾਰ ਅਗਰ ਸਰਕਾਰੀ ਸਕੂਲ ਨਹੀਂ ਸਾਂਭ ਪਾ ਰਹੇ, ਸਰਕਾਰੀ ਹਸਪਤਾਲ ਉੱਥੇ ਨਹੀਂ ਸਾਂਭ ਪਾ ਰਹੇ ਸੀਗੇ ਵਜਨ, ਤਾਂ ਪ੍ਰਾਈਵੇਟ ਹਸਪਤਾਲਾਂ ਦੇ ਉੱਪਰ ਸਰਕਾਰ ਨੇ ਟੇਕ ਓਵਰ ਕਰ ਲਿਆ, ਕਬਜ਼ਾ ਕਰ ਲਿਆ। ਇਹੀ ਕੰਮ ਹੁਣ ਸਕੂਲਾਂ 'ਤੇ ਕਰਨ ਦੀ ਲੋੜ ਹੈ। ਸਰਕਾਰਾਂ ਨੂੰ ਚਾਹੀਦਾ ਜੋ ਸਕੂਲ ਕਾਬੂ ਨਹੀਂ ਆ ਰਹੇ, ਜੋ ਲੁੱਟ ਖਸੁੱਟ ਬੰਦ ਨਹੀਂ ਕਰ ਰਹੇ, ਇਹੋ ਜਿਹੇ ਸਕੂਲਾਂ ਨੂੰ ਸਰਕਾਰ ਨੂੰ ਟੇਕ ਓਵਰ ਕਰ ਲੈਣਾ ਚਾਹੀਦਾ। ਚੰਗੇ ਕੰਮ ਕਰਨ ਵਾਲੇ NGOs ਨੂੰ ਅਰਜ਼ੀਆਂ ਮੰਗਾਉਣ, ਉਹਨਾਂ ਨੂੰ ਸਕੂਲ ਦੇਣ ਚਲਾਉਣ ਲਈ। ਮੇਰਾ ਇੱਕ ਆਖਰੀ ਸਵਾਲ ਇਹੀ ਹੈ, 12 ਜੂਨ ਨੂੰ ਹੁਣ ਇਸ ਚੀਜ਼ ਦੀ ਸੁਣਵਾਈ ਹੈ। ਹੁਣ 70% ਜਿਸ ਨੇ ਫੀਸਾਂ ਵਧਾਈਆਂ ਗਈਆਂ ਨੇ, ਹੁਣ ਤੁਸੀਂ ਕੀ ਦਲੀਲ ਰੱਖ ਲਿਓ ਮਾਂ ਬਾਪ ਵਾਲੇ ਪਾਸੋਂ? ਸਾਡੇ ਮੁਤਾਬਕ ਸਕੂਲਾਂ ਕੋਲ ਬਹੁਤ ਸਰਪਲਸ ਪੈਸਾ ਪਿਆ ਹੈ, FDਆਂ ਪਈਆਂ, ਉਹਨਾਂ ਨੂੰ ਛੇੜਨਾ ਨਹੀਂ ਚਾਹੁੰਦੇ, ਘੜਿਆਲੀ ਆਸੂ ਰੋ ਰਹੇ ਹੈ। ਸਾਰੇ ਸਕੂਲਾਂ ਦੀ ਅਸੀਂ ਹਾਈਕੋਰਟ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਸਕੂਲਾਂ ਦੀ ਸਰਕਾਰ ਬੈਲੈਂਸ ਸ਼ੀਟਾਂ ਮੰਗਾਵੇ ਅਤੇ ਆਡਿਟ ਕਰਾਵੇ।
ਤੁਹਾਨੂੰ ਸਰਕਾਰ ਤੇ ਯਕੀਨ ਹੈਗਾ, ਕਿਉਂਕਿ ਸਰਕਾਰ ਤਾਂ ਉਹੀ ਹੈ 2016 ਦੇ ਵਿੱਚ ਜਿਹੜਾ ਮਤਾ ਪਾ ਦਿੰਦੀ ਹੈ 8% ਫੀਸਾਂ ਵਾਸਤੇ, ਫਿਰ ਤੁਹਾਨੂੰ ਸਰਕਾਰ ਤੇ ਵਿਸ਼ਵਾਸ ਹੈਗਾ ਕਿ ਉਹ ਬੈਲੈਂਸ ਸ਼ੀਟਾਂ ਮੰਗਾ ਕੇ ਸਕੂਲਾਂ ਦੀ ਚੈੱਕ ਕਰਨਗੀਆਂ? ਸਰਕਾਰ ਤੇ ਵਿਸ਼ਵਾਸ ਸਿਆਸੀ ਪਾਰਟੀਆਂ ਤੇ ਨਹੀਂ ਰਿਹਾ, ਐਸੇ ਕਰਕੇ ਅਸੀਂ ਹਾਈ ਕੋਰਟ ਦਾ ਆਰਡਰ ਕਰਾਉਣ ਦੀ ਕੋਸ਼ਿਸ਼ ਕਰਾਂਗੇ ਸਰਕਾਰ ਨੂੰ, ਕੋਰਟ ਦੇ ਆਰਡਰ ਸਰਕਾਰ ਨੂੰ ਕਰਨਾ ਪਏਗਾ। ਫਿਰ ਤੁਸੀਂ ਮਾਂ-ਬਾਪ ਦੇ ਵਾਸਤੇ ਹੁਣ ਕੋਰਟ ਵਿੱਚ ਜਾਓਗੇ, ਅਪੀਲ ਕਰੋਗੇ ਜਾ ਕੇ ਉੱਥੇ? ਅਸੀਂ ਹਾਈ ਕੋਰਟ ਜਾਵਾਂਗੇ, ਆਪਣੀ ਯਾਚੀਕਾ ਪਾਵਾਂਗੇ ਕਿ ਸਾਡਾ ਪੱਖ ਰੱਖਿਆ ਜਾਵੇ, ਔਰ ਅਸੀਂ ਸੜਕਾਂ ਤੇ ਵੀ ਉਤਰਾਂਗੇ ਸੰਘਰਸ਼ ਕਰਨ ਲਈ। ਇਸ ਨਾਲ ਸਾਡਾ ਨਿਤਨ ਗੋਇਲ ਜੋ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਐਡਵੋਕੇਟ ਨੇ, ਇਹਨਾਂ ਨੇ ਸਾਫ਼ ਦੱਸਿਆ ਕਿ 70% ਨੂੰ ਲੈ ਕੇ ਜਿਸ ਤਰੀਕੇ ਨਾਲ ਕੋਰਟ ਨੇ ਆਰਡਰ ਦਿੱਤੇ ਨੇ, ਹੁਣ ਉਸ ਦੇ ਅੱਗੇ ਜਾ ਕੇ ਅਪੀਲ ਪਾਣਗੇ ਕੋਰਟ ਵਿੱਚ ਜਾ ਕੇ ਕਿ 70% ਫੀਸਾਂ ਜਿਹੜੀਆਂ ਨਾ ਲੈ ਜਾਣ, ਕਿਉਂਕਿ ਮਾਂ-ਬਾਪ ਜਿਹੜੇ ਹੈਗੇ ਨੇ ਬੱਚਿਆਂ ਦੀ ਫੀਸ ਦੇਣ ਵਾਸਤੇ ਸਮਰਥ ਨਹੀਂ ਗਏ। ਉਹਨਾਂ ਦਾ ਕੰਮਕਾਜ ਸਭ ਠੱਪ ਪਏ ਨੇ, ਕੰਮ ਸਭ ਬੰਦ ਪਏ ਸੀ, ਤੇ ਫੀਸਾਂ ਕਿੱਥੋਂ ਦੇ ਦੇਣਗੇ?